ਸਾਰੀਆਂ ਪਾਰਟੀਆਂ ਨੇ ਆਪਣਾ ਜ਼ੋਰ ਲਾਇਆ। ਇੱਕ ਵਾਰੀ ਕਿਸੇ ਨੇ ਟਰੈਕਟਰ ਕੱਢ ਲਿਆ, ਕਿਸੇ ਨੇ ਗੱਡੀਆਂ ਕੱਢ ਲੀਆਂ, ਕਿਸੇ ਨੇ ਗ੍ਰਾਮ ਸਭਾ ਦੇ ਮਤਿਆਂ ਦੇ ਨਾਮ ਦੇ ਉੱਤੇ ਇਕੱਠ ਕਰਨੇ ਸ਼ੁਰੂ ਕਰਤੇ। ਉਹ ਸਾਰਾ ਗਲਤ ਸੀਗਾ। ਅਨਐਲਾਨੀ ਐਮਰਜੈਂਸੀ ਹੋ ਗਈ। ਬੀਜੇਪੀ ਹਮੇਸ਼ਾ ਕਾਂਗਰਸ ਨੂੰ ਕੋਸਦੀ ਸੀਗੀ ਕਿ ਤੁਸੀਂ ਲੋਕਾਂ ਦੇ ਅਧਿਕਾਰ ਖੋਹਨੇ ਹੋ, ਤੇ ਅੱਜ ਉਹੀ ਕਰਤੂਤ ਆਪ ਕਰ ਰਹੇ ਨੇ। ਵੀਡੀਓ ਬਣਾ ਕਰਨੀ ਰਾਤ ਨੂੰ ਧੱਕੇ ਨਾਲ ਸਾਡੇ ਕਿਸਾਨ ਵੀਰਾਂ ਨੂੰ ਚੱਕਦੇ ਹੋਏ। ਅਗਰ ਕਿਸਾਨ ਦਿੱਲੀ ਚਲੇ ਵੀ ਜਾਣਗੇ 1 ਮਿੰਟ ਵਾਸਤੇ, ਉੱਥੇ ਆਪਣੀ ਸਾਰੀ ਗੱਲ ਕਰ ਦੇਣਗੇ ਤਾਂ ਕੀ ਗੁਨਾਹ ਕਰ ਦੇਣਗੇ ਉਹਨਾਂ ਨੇ ਕੋਈ ਜਾ ਕੇ ਭੰਨ ਥੋੜੋ ਕਰਨੀ ਹੈ। ਸਿਰਫ ਬੀਜੇਪੀ ਮੈਂ ਸਮਝਦਾ ਕਿ ਹੁਣ ਘਬਰਾਈ ਹੋਈ ਆ ਕਿ ਉਹਨਾਂ ਨੂੰ ਲੱਗ ਰਿਹਾ ਕਿ ਸਾਡੇ ਖਿਲਾਫ ਬਹੁਤ ਤਕੜਾ ਮੁਹਾਜ਼, ਕਈ ਸਟੇਟਾਂ ਇਕੱਠੀਆਂ ਹੋ ਗਈਆਂ, ਟ੍ਰੇਨਾਂ ਬੰਦ ਕਰਤੀਆਂ, ਕੂੜਾ ਰੋਕਤਾ, ਖਾਦ ਰੋਕਤੀ। ਇਹਦੇ ਨਾਲ ਤਾਂ ਉਹ ਲੋਕਾਂ 'ਚ ਹੋਰ ਬੇਚੈਨੀ ਪੈਦਾ ਕਰ ਰਹੇ ਨੇ। ਅਨਮੋਲ ਗਗਨ ਮਾਨ ਦੀ ਸਟੇਟਮੈਂਟ ਆਉਂਦੀ ਹੈ ਕਿ ਜਿਹੜੇ ਖਾਸ ਤੌਰ ਤੇ ਉਹਨਾਂ ਨੇ ਤੁਹਾਨੂੰ ਟਾਰਗੇਟ ਕੀਤਾ ਹੈ ਕਿ ਜਿਹੜੇ ਦੋਗਲੇ ਬੰਦੇ ਨੇ ਮੈਂ ਉਹਨਾਂ ਨਾਲ ਸੰਪਰਕ ਨਹੀਂ ਕਰਾਂਗੀ। ਤੇ ਫਿਰ ਮੈਂ ਜਦੋਂ ਮਾੜਾ ਜਿਹਾ ਕਿਹਾ ਸੀਗਾ ਡੀਜੇ ਵਾਲੀ ਇਹ ਲੜਕੀ, ਤੇ ਫਿਰ ਬਹੁਤ ਕਲਪਦੀ ਆ। ਅਨਮੋਲ ਹੈਗੀ ਲੜਕੀ, ਇਹ ਬੇਸਿਕਲੀ ਬਹੁਤ ਇਮੈਚੁਰ ਹੈ। ਬਹੁਤ ਸਿਰਫ ਸ਼ੋਰ ਮਚਾ ਕੇ ਥੋੜ੍ਹੋ ਗੱਲਾਂ ਕਹੀ ਜਾ ਸਕਦੀਆਂ, ਜਿੱਦਾਂ ਚੁਟਕੀਆਂ ਮਾਰ ਕੇ ਜੇ 5 ਮਿੰਟ 'ਚ ਮੈਂ ਸਾਨੂੰ ਸਰਕਾਰ ਦਿਓ, ਅਸੀਂ 5 ਮਿੰਟ 'ਚ MSP ਕਰ ਦੇ। ਕੀ ਪੰਜਾਬ ਦੇ ਲੋਕ ਬੱਚੇ ਨੇ? ਕਿ ਜਿੰਨੀ ਦੇਰ ਤੱਕ ਭਗਵੰਤ ਮਾਨ ਆਮ ਆਦਮੀ ਪਾਰਟੀ ਦੇ ਵਿੱਚ ਹੈਗੇ ਨੇ, ਕਿਸੇ ਵੀ ਚੰਗੇ ਨੇਤਾ ਨੂੰ ਅੱਗੇ ਨਹੀਂ ਆਉਣ ਦੇਣਗੇ। ਤੁਸੀਂ ਆਮ ਆਦਮੀ ਪਾਰਟੀ ਦਾ ਹਿੱਸਾ ਰਹੇ ਹੋ, ਸੱਚਾਈ ਹੈ ਇਸ ਵਿੱਚ? ਆਪ ਨੂੰ ਹੀ ਲੀਡਰ ਸਮਝਦਾ ਵਾ, ਤੇ ਉਹ ਨਹੀਂ ਚਾਹੁੰਦਾ ਕਿ ਇਸ ਪਾਰਟੀ ਦੇ ਵਿੱਚ ਕੋਈ ਵੀ ਹੋਰ, ਚਲੋ ਸਾਨੂੰ ਤਾਂ ਕੱਢ ਦਿੱਤਾ, ਛੋਟੇਪੁਰ ਨੂੰ ਵੀ ਕੱਢਤਾ, ਗਾਂਧੀ ਨੂੰ ਵੀ ਕੱਢ ਦਿੱਤਾ, ਪਰ ਜਦੋਂ ਨਵਜੋਤ ਸਿੰਘ ਸਿੱਧੂ ਜਾਣਾ ਚਾਹੁੰਦਾ ਸੀਗਾ ਉਹਦੇ ਲਈ ਵੀ ਦਰਵਾਜ਼ੇ ਬੰਦ ਕਰਵਾ ਦਿੱਤੇ ਗਏ। ਕੇਂਦਰ ਦੇ ਖੇਤੀ ਕਾਨੂੰਨਾਂ ਦੇ ਵਿਰੁੱਧ ਕਿਸਾਨ 26 ਤੇ 27 ਨਵੰਬਰ ਨੂੰ ਦਿੱਲੀ ਵੱਲ ਕੂਚ ਕਰਨਗੇ। ਭਾਰਤ ਭਰ ਦੇ ਵਿੱਚੋਂ ਕਿਸਾਨ ਦਿੱਲੀ ਵੱਲ ਕੂਚ ਕਰਨਗੇ। ਪੰਜਾਬ ਦੇ ਵਿੱਚੋਂ ਵੀ ਲੱਖਾਂ ਦੀ ਗਿਣਤੀ ਦੇ ਵਿੱਚ ਕਿਸਾਨ ਦਿੱਲੀ ਵੱਲ ਜਾਣਗੇ। ਸੁਖਪਾਲ ਸਿੰਘ ਖਹਿਰਾ ਨੇ ਐਲਾਨ ਕੀਤਾ ਹੈ, ਜੋ ਪੰਜਾਬ ਦੇ ਵਿਧਾਇਕ ਨੇ, ਉਹਨਾਂ ਨੇ ਕਿਹਾ ਕਿ ਅਸੀਂ ਕਿਸਾਨਾਂ ਦੇ ਨਾਲ ਜਾਵਾਂਗੇ ਦਿੱਲੀ, ਤੇ ਪੂਰੇ ਅਸੀਂ ਨਾਲ ਡਟਾਂਗੇ। ਖਹਿਰਾ ਸਾਹਿਬ ਸਾਡੇ ਨਾਲ ਨੇ। ਖਹਿਰਾ ਸਾਹਿਬ, ਕਿਸ ਤਰੀਕੇ ਨਾਲ ਤੁਸੀਂ ਕਿਸਾਨਾਂ ਦਾ ਸਮਰਥਨ ਕਰੋਗੇ? ਕੀ ਤਿਆਰੀਆਂ ਨੇ ਤੁਹਾਡੇ? ਪਹਿਲੀ ਗੱਲ ਤਾਂ ਅਸੀਂ ਸ਼ੁਰੂ ਤੋਂ ਸਮਰਥਨ ਕਰ ਰਹੇ ਜੀ। ਚਾਹੇ ਉਹ ਕਿਸਾਨਾਂ ਨੇ 26 ਸਪਟੈਂਬਰ ਦੀ ਕਾਲ ਦਿੱਤੀ ਸੀਗੀ, ਅਸੀਂ ਉਹਨਾਂ ਦੇ ਧਰਨੇ ਵਿੱਚ ਉੱਥੇ ਵੀ ਜਾ ਕੇ ਬੈਠੇ ਸੀਗੇ। ਜੇ ਸ਼ੰਭੂ ਮੋਰਚਾ ਵੀ ਲੱਗਿਆ, ਉਹ ਵੀ ਕਿਸਾਨਾਂ ਮੰਗਾਂ ਨੂੰ ਲੈ ਕੇ ਅਸੀਂ ਉੱਥੇ ਵੀ ਜਾਂਦੇ ਰਹੇ ਹਾਂ। ਔਰ ਮੈਂ ਆਪਣੀਆਂ ਸਾਰੇ ਕੁਲੀਗਸ ਪੋਲੀਟੀਕਲ ਪਾਰਟੀਆਂ ਦੇ ਲੀਡਰਾਂ ਨੂੰ ਕਿਹਾ ਸੀ ਕਿ ਆਪਣਾ ਝੰਡਾ ਨਾ ਵਰਤਿਓ ਤੁਸੀਂ। ਔਰ ਇਹਨਾਂ ਸਾਰੀਆਂ ਪਾਰਟੀਆਂ ਨੇ ਆਪਣਾ ਜ਼ੋਰ ਲਾਇਆ। ਇੱਕ ਵਾਰੀ ਕਿਸੇ ਨੇ ਟਰੈਕਟਰ ਕੱਢ ਲਿਆ, ਕਿਸੇ ਨੇ ਗੱਡੀਆਂ ਕੱਢ ਲੀਆਂ, ਕਿਸੇ ਨੇ ਗ੍ਰਾਮ ਸਭਾ ਦੇ ਮਤਿਆਂ ਦੇ ਨਾਮ ਦੇ ਉੱਤੇ ਇਕੱਠ ਕਰਨੇ ਸ਼ੁਰੂ ਕਰਤੇ। ਉਹ ਸਾਰਾ ਗਲਤ ਸੀਗਾ। ਅੱਜ ਅਸੂਲਨ ਜਿਹੜਾ ਕਿਸਾਨ ਜਥੇਬੰਦੀਆਂ ਨੇ ਪ੍ਰੋਗਰਾਮ ਉਲੀਕਿਆ, ਸਾਨੂੰ ਉਹਨੂੰ ਫੋਲੋ ਕਰਨਾ ਚਾਹੀਦਾ, ਉਹਨੂੰ ਸਪੋਰਟ। ਅਸੀਂ ਉਸ ਨਜ਼ਰੀਏ ਨਾਲ 26-27 ਦੇ ਪ੍ਰੋਗਰਾਮ ਦੀ ਕਾਲ ਦਿੱਤੀ ਹੈ ਕਿ ਸਾਰੇ ਤਗੜੇ ਹੋ ਕੇ ਉਹਨਾਂ ਦੀ ਇਮਦਾਦ ਕਰੋ। ਜਿੰਨੇ ਵੀ ਸਾਡੀ ਸਮਰੱਥਾ, ਅਸੀਂ ਆਪਣੇ ਸਾਰੇ ਸ਼ੁਭਚਿੰਤਕਾਂ ਨੂੰ, ਦੋਸਤਾਂ ਮਿੱਤਰਾਂ ਨੂੰ, MLAs ਨੂੰ, ਸਾਰਿਆਂ ਨੂੰ ਨਾਲ ਲੈ ਕੇ ਤੇ ਜਿਹੜਾ ਕਿਸਾਨਾਂ ਦਾ ਧਰਨਾ ਹੋ ਗਿਆ ਉਹਨਾਂ ਦੀ ਮਦਦ ਕਰਾਂਗੇ ਜਾ ਕੇ। ਖਹਿਰਾ ਸਾਹਿਬ, ਜਿੱਦਾਂ ਕਿ ਜਿੱਥੇ ਵੀ ਭਾਜਪਾ ਦੀਆਂ ਸਰਕਾਰਾਂ ਨੇ, ਉਹਨਾਂ ਸੂਬਿਆਂ ਦੇ ਵਿੱਚ ਕਿਸਾਨਾਂ ਦੀਆਂ ਗ੍ਰਿਫਤਾਰੀਆਂ ਸ਼ੁਰੂ ਹੋ ਗਈਆਂ ਨੇ, ਕਿਸਾਨਾਂ ਨੂੰ ਧਰਨੇ ਤੋਂ ਚੁੱਕਣਾ ਸ਼ੁਰੂ ਕਰ ਦਿੱਤਾ ਹੈ। ਮੰਨਿਆ ਜਾ ਰਿਹਾ ਹੈ ਕਿ ਸਰਹੱਦਾਂ ਸੀਲ ਕਰ ਦਿੱਤੀਆਂ ਜਾਣਗੀਆਂ, ਪੰਜਾਬ ਦੇ ਕਿਸਾਨਾਂ ਨੂੰ ਟੱਪਣ ਨਹੀਂ ਦਿੱਤਾ ਜਾਏਗਾ। ਇਹ ਤਾਂ ਫਿਰ ਅਨਐਲਾਨੀ ਐਮਰਜੈਂਸੀ ਹੋ ਗਈ। ਬੀਜੇਪੀ ਹਮੇਸ਼ਾ ਕਾਂਗਰਸ ਨੂੰ ਕੋਸਦੀ ਸੀਗੀ ਕਿ ਤੁਸੀਂ ਲੋਕਾਂ ਦੇ ਅਧਿਕਾਰ ਖੋਹਨੇ ਹੋ, ਤੇ ਅੱਜ ਉਹੀ ਕਰਤੂਤ ਆਪ ਕਰ ਰਹੇ ਨੇ। ਮਤਲਬ ਪੰਜਾਬ ਦੇ ਕਿਸਾਨਾਂ ਨੇ ਪਿਛਲੇ 2 ਮਹੀਨੇ ਅਗਰ ਸੰਘਰਸ਼ ਕੀਤਾ, ਤੇ ਉਹਨਾਂ ਦਾ ਟੋਟਲ ਸ਼ਾਂਤਮਈ ਤੇ ਡੈਮੋਕ੍ਰੈਟਿਕ ਤਰੀਕੇ ਨਾਲ ਪੀਸਫੁਲ ਪ੍ਰੋਟੈਸਟ ਰਿਹਾ। ਕਿਸੇ ਦੇ ਸੱਟ ਨਹੀਂ ਲੱਗੀ। ਅਗਰ ਕਿਸਾਨ ਦਿੱਲੀ ਚਲੇ ਵੀ ਜਾਣਗੇ 1 ਮਿੰਟ ਵਾਸਤੇ, ਉੱਥੇ ਆਪਣੀ ਸਾਰੀ ਗੱਲ ਕਰ ਦੇਣਗੇ ਤਾਂ ਕੀ ਗੁਨਾਹ ਕਰ ਦੇਣਗੇ ਉਹਨਾਂ ਨੇ ਕੋਈ ਜਾ ਕੇ ਭੰਨ ਥੋੜੋ ਕਰਨੀ ਹੈ। ਸਿਰਫ ਬੀਜੇਪੀ ਮੈਂ ਸਮਝਦਾ ਕਿ ਹੁਣ ਘਬਰਾਈ ਹੋਈ ਆ ਕਿ ਉਹਨਾਂ ਨੂੰ ਲੱਗ ਰਿਹਾ ਕਿ ਸਾਡੇ ਖਿਲਾਫ ਬਹੁਤ ਤਕੜਾ ਮੁਹਾਜ਼, ਕਈ ਸਟੇਟਾਂ ਇਕੱਠੀਆਂ ਹੋ ਗਈਆਂ। ਔਰ ਬੀਜੇਪੀ ਇਹ ਵੀ ਡਰਦੀ ਹੈ ਕਿ ਅਗਰ ਦਿੱਲੀ ਆਉਣਗੇ ਕਿਸਾਨ, ਤੇ ਇੰਟਰਨੈਸ਼ਨਲ ਮੀਡੀਆ ਦੇ ਉੱਤੇ ਫੋਕਸ ਹੋਵੇਗਾ। BBC ਵਰਗੇ ਚੈਨਲ, CNN ਵਰਗੇ ਖਬਰਾਂ ਦਿਖਾਉਣਗੇ ਕਿ ਦੇਸ਼ ਦੇ ਵਿੱਚ ਵਿਦਰੋਹ ਕਰਤਾ ਕਿਸਾਨਾਂ ਨੇ। ਉਹ ਕਿਸਾਨਾਂ ਦੀ ਜਾਇਜ਼ ਆਵਾਜ਼ ਨੂੰ ਦਬਾਉਣ ਵਿੱਚ ਲੱਗੇ ਨੇ, ਜਿਹੜਾ ਕਿ ਬਹੁਤ ਗਲਤ ਗੱਲ ਆ। ਇਹਦੇ ਸਿੱਟੇ ਬੜੇ ਗੰਭੀਰ ਨਿਕਲਣਗੇ, ਕਿਉਂਕਿ ਜਦੋਂ ਤੁਸੀਂ ਲੋਕਾਂ ਦੇ ਹੱਕੀ ਮੰਗਾਂ ਨੂੰ ਤੁਸੀਂ ਦਰਨਕਾਰ ਕਰਦੇ ਹੋ, ਉਲਟਾ ਉਹਨਾਂ ਨੂੰ ਕੁੱਟਦੇ ਹੋ, ਮਾਰਦੇ ਹੋ, ਫੜਦੇ ਹੋ, ਪਰਚੇ ਦਰਜ ਕਰਦੇ ਹੋ, ਇਹ ਤਾਂ ਫਿਰ ਅੰਗਰੇਜ਼ਾਂ ਵਾਲੀ ਨੀਤੀ ਹੈ। ਤੋਂ ਸ਼ਾਰਟ ਤਾਂ ਕੁਝ ਵੀ ਨਹੀਂ ਗਾ। ਮੈਂ ਸਮਝਦਾ ਬੀਜੇਪੀ ਅਗਰ ਸਿਆਣੀ ਹੋਵੇ ਤਾਂ ਉਹਨਾਂ ਨੂੰ ਹੁਣ ਵੀ ਕਿਸਾਨਾਂ ਦੀ ਹੱਕੀ ਮੰਗਾਂ ਮੰਨ ਕੇ ਤੇ ਆਪਣੇ ਕੰਮ ਕਿਰਦਾਰ ਵਿੱਚ ਸੁਧਾਰ ਕਰਨਾ ਚਾਹੀਦਾ। ਤੁਹਾਨੂੰ ਕੀ ਲੱਗਦਾ ਕਿ ਕਿਸਾਨਾਂ ਨੂੰ ਬੀਜੇਪੀ ਸਰਹੱਦਾਂ ਉੱਤੇ ਰੋਕ ਸਕੇਗੀ? ਦੇਖੋ, ਜਿੱਥੋਂ ਤੱਕ ਤਾਂ ਮੈਂ ਪੰਜਾਬੀਆਂ ਦੀ ਸਪਿਰਿਟ ਨੂੰ ਦੇਖਿਆ ਵਾ, ਪਿਛਲੇ 25-30 ਸਾਲ ਤੋਂ ਮੈਂ ਦੇਖ ਰਿਹਾ, ਇਹ ਬਹੁਤ ਕੀ ਕਰਦੇ ਨੇ ਕਿ ਜਦੋਂ ਕੋਈ ਟੀਚਾ ਮਿੱਥਦੇ ਨੇ, ਇਹ ਪਹੁੰਚਦੇ ਤਾਂ ਜ਼ਰੂਰ ਨੇ। ਹੋ ਸਕਦਾ ਨਫ਼ਰੀ ਘਟਾ ਦੇਵੇ, ਬਾਰਡਰਾਂ 'ਤੇ ਰੋਕ ਕੇ, ਡਰਾ ਧਮਕਾ ਕੇ, ਪਰਚੇ ਦਰਜ ਕਰਕੇ, ਪਰ ਲੋਕਾਂ ਦੀ ਸਪਿਰਿਟ ਨਹੀਂ ਨਾ ਮਾਰ ਸਕਦੇ। ਤੁਸੀਂ ਲੋਕਾਂ ਨੂੰ ਜਿਸਮਾਨੀ ਤੌਰ ਤੇ ਨੁਕਸਾਨ ਕਰ ਦੋਗੇ, ਲੇਕਿਨ ਜਿਹੜਾ ਪੰਜਾਬ ਦਾ ਸਾਡਾ ਅਧਿਕਾਰ ਹੈ ਉਹ ਸਾਡੇ ਤੋਂ ਕਿੱਦਾਂ ਖੋਲੋਗੇ? ਪੰਜਾਬ ਕੀ ਭਾਰਤ ਦਾ ਸੂਬਾ ਨਹੀਂਗਾ? ਅਸੀਂ ਕਿਸੇ ਦੁਸ਼ਮਣ ਦੇਸ਼ ਦਾ ਸੂਬਾ ਥੋੜ੍ਹੋ। ਸਾਡੇ ਬੀਜੇਪੀ ਨੇ ਨਾ ਸਿਰਫ ਕਾਲੇ ਕਾਨੂੰਨ ਬਣਾ ਕੇ ਸਾਡੇ ਤੇ ਥੋਪ ਦਿੱਤੇ ਨੇ,
ਉਲਟਾ ਸਾਡੀ 10,000 ਕਰੋੜ ਰੁਪਏ ਦੀ GST ਰੋਕ ਛੱਡੀ ਆ। ਸਾਡਾ ਜਿਹੜਾ ਰੂਰਲ ਡਿਵੈਲਪਮੈਂਟ ਫੰਡ ਹੈ 1100 ਕਰੋੜ ਰੁਪਏ ਦਾ ਉਹ ਰੋਕ ਦਿੱਤਾ ਵਾ। ਇਹ ਕੋਈ ਤਰੀਕਾ ਥੋੜ੍ਹਾ ਹੈਗਾ, ਇਹ ਕੋਈ ਫੈਡਰਲ ਢਾਂਚੇ ਦੇ ਸਿਸਟਮ ਕੰਮ ਕਰਨ ਵਾਲੀ ਸਰਕਾਰ ਨਹੀਂ ਨਜ਼ਰ ਆਉਂਦੀ। ਜਦੋਂ ਇਹ ਵਿਰੋਧ ਵਿੱਚ ਸੀ, ਵਿਰੋਧੀ ਧਿਰ ਵਿੱਚ ਸੀਗੇ BJP, ਇਹਨਾਂ ਨੇ ਇੱਕ ਥੋੜ੍ਹਾ, ਇਹਨਾਂ ਨੇ ਅਨੇਕਾਂ ਇਦਾਂ ਦੇ ਲੱਖਾਂ ਕੱਟ ਕੀਤੇ ਨੇ। ਇਹਨਾਂ ਨੇ ਰੱਥ ਯਾਤਰਾ ਕੱਢੀ ਮੰਦਿਰ ਦੇ ਨਾਮ ਦੇ ਉੱਤੇ, ਧਰਮ ਦੇ ਨਾਮ ਦੇ ਉੱਤੇ, ਉਦੋਂ ਨਹੀਂ ਰੋਕੀ ਕਿਸੇ ਨੇ। ਇਸ ਕਰਕੇ ਘੱਟੋ ਘੱਟ ਫਰੀडम ਆਫ ਸਪੀਚ ਸਾਡਾ ਫੰਡਾਮੈਂਟਲ ਰਾਈਟ ਹੈ, ਉਹ ਸਾਨੂੰ ਮਿਲਣਾ ਚਾਹੀਦਾ ਅਧਿਕਾਰ। ਭਾਰਤ ਦੇ ਪ੍ਰਧਾਨ ਮੰਤਰੀ ਦਾ ਹੁਣੇ ਬਿਆਨ ਆਇਆ, ਉਹਨਾਂ ਨੇ ਕਿਹਾ ਕਿ ਕਰੋਨਾ ਇੱਕ ਵਾਰ ਭਾਰਤ ਦੇ ਵਿੱਚ ਮੁੜ ਵੱਧ ਸਕਦਾ ਹੈ। ਦਿੱਲੀ ਦੇ ਵਿੱਚ ਜੁਰਮਾਨਾ ਮਾਸਕ ਵਾਲਿਆਂ ਨੂੰ 500 ਤੋਂ 2000 ਕਰ ਦਿੱਤਾ ਹੈ। ਦੇਖੋ, ਇਹ ਸਾਰੀਆਂ ਸ਼ਰਾਰਤਾਂ ਕੀਤੀਆਂ ਜਾ ਰਹੀਆਂ ਕਿਸਾਨਾਂ ਦੇ ਅੰਦੋਲਨ ਨੂੰ ਟੋਰਪੀਡੋ ਕਰਨ ਲਈ। ਬਿਹਾਰ ਦੀ ਇਲੈਕਸ਼ਨ ਹੁਣੇ ਹੀ ਖਤਮ ਹੋ ਕੇ ਹਟੀ ਹੈ, ਉੱਥੇ ਲੱਖਾਂ ਦੀ ਤਾਦਾਦ ਵਿੱਚ ਰੈਲੀਆਂ ਹੋਈਆਂ, ਉੱਥੇ ਪ੍ਰਧਾਨ ਮੰਤਰੀ ਮੋਦੀ ਸਾਹਿਬ ਆਪ ਜਾਂਦੇ ਰਹੇ ਨੇ ਉੱਥੇ, ਉਦੋਂ ਕਰੋਨੇ ਦਾ ਕੋਈ ਡਰ ਨਹੀਂ ਸੀਗਾ। ਇਸ ਕਰਕੇ ਦਿੱਲੀ ਵਿੱਚ ਇੱਕ ਮਾਹੌਲ ਪੈਦਾ ਕੀਤਾ ਜਾ ਰਿਹਾ, ਔਰ ਉਹਦੇ ਵਿੱਚ ਉਹਨਾਂ ਨੇ BJP ਨੇ ਕੇਜਰੀਵਾਲ ਨੂੰ ਵੀ ਨਾਲ ਮਿਲਾ ਲਿਆ ਵਾ ਕਿ ਜੀ ਕਰੋਨਾ ਦਾ ਬੜਾ ਖਤਰਾ ਵਾ, ਸਾਨੂੰ ਦਿੱਲੀ ਦੇ ਬਾਹਰਲੇ ਪਾਸੇ ਏਅਰ ਮਾਰਕ ਕਰ ਦੇਣ। ਦੇਖੋ, ਪੰਜਾਬ ਦੇ ਕਿਸਾਨਾਂ ਨੂੰ ਅਗਰ ਤੁਸੀਂ ਦੇਖੋਗੇ ਪਿਛਲੇ 2 ਮਹੀਨਿਆਂ ਤੋਂ ਸੜਕਾਂ ਤੇ ਰੇਲ ਲਾਈਨਾਂ ਤੇ ਬੈਠੇ ਨੇ, ਕਿਸੇ ਨੂੰ ਕਰੋਨਾ ਨਹੀਂ ਹੋਇਆ। ਅਗਰ ਦਿੱਲੀ ਨੂੰ ਖਤਰਾ ਵਾ, ਤੁਸੀਂ ਦਿੱਲੀ ਨੂੰ ਆਪਣੇ ਮਹਿਫੂਜ਼ ਕਰ ਲਓ, ਲੇਕਿਨ ਪੰਜਾਬ ਦੇ ਕਿਸਾਨਾਂ ਨੂੰ ਐਟਲੀਸਟ ਦਿੱਲੀ ਦੇ ਬਾਰਡਰ ਤੋਂ ਉੱਤੇ ਤੱਕ ਪਹੁੰਚ ਕੇ ਆਪਣੀ ਗੱਲ ਤਾਂ ਕਹਿ ਲੈਣ ਦਿਓ ਨਾ ਸਾਰੀ ਗੱਲ। ਇਹ ਉਹਨਾਂ ਦਾ ਜਿਹੜਾ ਹੈ ਨਾ, ਉਹ ਇੱਕ ਬਹਾਨਾ ਬਣਾ ਰਹੇ ਨੇ ਕਿ ਕਰੋਨਾ ਦੇ ਆਧਾਰ ਦੇ ਉੱਤੇ ਅਸੀਂ ਲੋਕਾਂ ਨੂੰ ਡਰਾਈਏ, ਧਮਕਾਈਏ ਤੇ ਉਹਨਾਂ ਨੂੰ ਬੰਦ ਕਰਨ ਦਾ ਇੱਕ ਸਾਡੇ ਕੋਲ ਹਥਿਆਰ ਬਣ ਜਾਵੇ। ਖੈਰ ਸਾਹਿਬ, ਮੰਨਿਆ ਇਹ ਵੀ ਜਾ ਰਿਹਾ ਕਿ ਕਿਸਾਨੀ ਅੰਦੋਲਨ ਦੇ ਵਿੱਚੋਂ ਪੰਜਾਬ ਤੇ ਹਰਿਆਣਾ ਦੇ ਵਿੱਚ ਮੱਧਕਾਲੀ ਚੋਣਾਂ ਹੋ ਸਕਦੀਆਂ ਨੇ, ਕਿਉਂਕਿ ਜਿਸ ਹਿਸਾਬ ਨਾਲ ਹਰਿਆਣਾ ਦੇ ਵਿੱਚ ਵੀ ਕਿਸਾਨ ਹੁਣ ਸੜਕਾਂ ਦੇ ਉੱਤੇ ਉਤਰ ਆਏ ਨੇ, ਉੱਥੇ ਗੱਠਜੋੜ ਸਰਕਾਰ ਹੈ BJP ਦੇ ਨਾਲ। ਤੁਹਾਨੂੰ ਲੱਗਦਾ ਕਿ ਮੱਧਕਾਲੀ ਚੋਣਾਂ ਦੇ ਸਾਰ ਬਣਨਗੇ? ਜਦੋਂ ਆਪਾਂ ਕਿਸੇ ਮਸਲੇ ਦਾ ਹੱਲ ਨਹੀਂ ਨਾ ਕੱਢਦੇ, ਉਲਟਾ ਅਸੀਂ ਟਿਚਰਾਂ ਕਰਦੇ ਆ, ਉਹਨਾਂ ਨੂੰ ਝੇਡਾਂ ਕਰਦੇ ਆ, ਲੋਕਾਂ ਨੂੰ ਟ੍ਰੇਨਾਂ ਬੰਦ ਕਰਤੀਆਂ, ਕੋਲਾ ਰੋਕਤਾ, ਖਾਦ ਰੋਕਤੀ, ਇਹਦੇ ਨਾਲ ਤਾਂ ਉਹ ਲੋਕਾਂ 'ਚ ਹੋਰ ਬੇਚੈਨੀ ਪੈਦਾ ਕਰ ਰਹੇ ਨੇ। ਇਹ ਸਟਰਗਲ ਜਿਹੜੀ ਅੱਜ ਪੀਸਫੁਲ ਹੈ, ਕਿਸੇ ਵੇਲੇ ਵੀ ਹੋਰ ਰੁਖ ਅਖਤਿਆਰ ਕਰ ਸਕਦੀ ਆ। ਪੰਜਾਬ ਨੇ ਪਹਿਲਾਂ ਵੀ ਸੰਤਾਪ ਹਟਾਇਆ 80 ਦੇ ਦਹਾਕੇ ਵਿੱਚ, ਇਸ ਲਈ BJP ਦੀ ਸਰਕਾਰ ਨੂੰ ਪੰਜਾਬ ਦੇ ਲੋਕਾਂ ਦੇ ਸਬਰ ਦਾ ਇਮਤਿਹਾਨ ਨਹੀਂ ਲੈਣਾ ਚਾਹੀਦਾ, ਔਰ ਜਿਹੜੀਆਂ ਜਾਇਜ਼ ਗੱਲਾਂ ਮੰਨ ਲੈਣੀਆਂ ਚਾਹੀਦੀਆਂ। ਅਸੀਂ ਜੇ MSP ਮੰਗਦੇ ਹਾਂ ਤੇ ਅਸੀਂ ਦੇਸ਼ ਦੇ ਅਨਾਜ ਦਾ ਭੰਡਾਰ ਹੀ ਭਰਨਾ ਨਾ। ਅਸੀਂ ਕਣਕ ਝੋਨਾ ਲੈ ਕੇ ਤੇ ਕਿਸੇ ਹੋਰ ਗਵਾਂਢੀ ਦੇਸ਼ ਨੂੰ ਥੋੜ੍ਹਾ ਜਾ ਕੇ ਵੇਚ ਆਉਣਾ ਵਾ। ਵਾਈ ਆਰ ਦੇ ਸੋ ਪ੍ਰਟਰਬਡ, ਵਾਈ ਆਰ ਦੇ ਸੋ ਐਂਟਾਈ ਪੰਜਾਬ ਕਿ ਅਸੀਂ ਪੰਜਾਬ ਨੂੰ ਤਾਂ ਸਬਕ ਸਿਖਾਉਣਾ ਹੀ ਸਿਖਾਉਣਾ। ਉਹ ਪੰਜਾਬ ਜਿਹਦਾ ਬਹੁਤ ਵੱਡਾ ਵਿਰਸਾ ਵਾ, ਚਾਹੇ ਉਹ ਆਜ਼ਾਦੀ ਦੀ ਲੜਾਈ ਆ, ਚਾਹੇ ਆਜ਼ਾਦੀ ਤੋਂ ਪਹਿਲਾਂ ਪਾਕਿਸਤਾਨ 'ਚੋਂ ਉਜਾੜਾ ਕਰਕੇ ਆਉਣਾ, ਤੇ ਹੁਣ ਬਾਰਡਰਾਂ ਦੇ ਰਾਖੀ ਕਰਨਾ, ਤੇ ਹੁਣ ਅਨਾਜ ਪੈਦਾ ਕਰਨਾ, ਤੇ ਖੇਡਾਂ 'ਚ ਯੋਗਦਾਨ ਪਾਉਣਾ। ਪੰਜਾਬ ਨੂੰ ਤਾਂ ਬਹੁਤ ਇਹਨਾਂ ਨੂੰ ਸ਼ਾਬਾਸ਼ ਦੇਣੀ ਚਾਹੀਦੀ ਸੀਗੀ। ਇਹ ਤਾਂ ਉਹ ਸੂਬਾ ਵਾ ਜਿਹੜਾ ਇੱਕ ਮਜ਼ਬੂਤ ਨੀਂਹ ਭਾਰਤ ਦੀ ਰੱਖ ਸਕਦਾ, ਔਰ ਰੱਖਦਾ ਰਿਹਾ ਹਮੇਸ਼ਾ। ਖਹਿਰਾ ਸਾਹਿਬ, ਇੱਕ ਸਵਾਲ ਪੰਜਾਬੀ ਤੌਰ ਤੇ ਜਾਣਨਾ ਚਾਹੁੰਦੇ ਨੇ, ਉਹ ਇਹ ਹੈਗਾ ਕਿ ਤੁਸੀਂ ਆਮ ਆਦਮੀ ਪਾਰਟੀ ਦੇ ਵੱਲੋਂ ਜਿੱਤੇ ਵਿਧਾਇਕ ਬਣੇ, ਬੇਬਾਕੀ ਨਾਲ ਬੋਲਦੇ ਰਹੇ, ਉਸ ਤੋਂ ਬਾਅਦ ਤੁਹਾਨੂੰ ਪਤਾ ਹੈ ਕਿ ਜਿਸ ਹਿਸਾਬ ਨਾਲ ਤੁਹਾਡੀ ਖੜਕੀ ਅਰਵਿੰਦ ਕੇਜਰੀਵਾਲ ਹੋਣ ਦੇ ਨਾਲ, ਹੁਣ ਪੰਜਾਬੀ ਇਹ ਜਾਣਨਾ ਚਾਹੁੰਦੇ ਨੇ ਇਹ ਆਵਾਜ਼ ਕਿੱਧਰ ਨੂੰ ਜਾਏਗੀ, ਕਿਹੜੀ ਪਾਰਟੀ ਦੇ ਵੱਲੋਂ ਆਉਣ ਵਾਲੇ ਸਮੇਂ ਚੋਣਾਂ ਲੜੇਗੀ? ਸਾਡਾ ਪਹਿਲਾਂ ਕਾਫੀ ਅਰਸੇ ਤੋਂ ਕੋਸ਼ਿਸ਼ ਹੈ ਕਿ ਪੰਜਾਬ ਦੇ ਵਿੱਚ ਇੱਕ ਅੱਛਾ ਸਾਫ਼ ਸੁਥਰਾ ਵਿਕਲਪ ਪੈਦਾ ਕੀਤਾ ਜਾਵੇ, ਜਿਹੜਾ ਪੰਜਾਬ ਦਾ ਲੋਕਲ ਰੀਜਨਲ ਫੋਰਸ ਹੋਵੇ। ਔਰ ਉਹਦੇ ਲਈ ਮੈਂ ਕਾਫੀ ਅਰਸੇ ਤੋਂ ਉਪਰਾਲੇ ਕਰ ਰਿਹਾ। ਮੇਰੇ ਖਿਆਲ ਸਾਰੀ ਦੁਨੀਆ ਜਾਣਦੀ ਅੱਛੀ ਤਰ੍ਹਾਂ ਨਾਲ ਕਿ ਸਭ ਨਾਲ ਮੀਟਿੰਗਾਂ ਕੀਤੀਆਂ। ਅਨਫੋਰਚੂਨੇਟਲੀ ਉਹ ਹਲੇ ਕਿਸੇ ਸ਼ੇਪ ਵਿੱਚ ਨਹੀਂ ਆ ਰਿਹਾ। ਪਹਿਲਾਂ ਲੋਕਡਾਊਨ ਆ ਗਿਆ, ਹੁਣ ਕਿਸਾਨਾਂ ਦਾ ਸੰਘਰਸ਼ ਆ ਗਿਆ। ਉਮੀਦ ਇਹੀ ਕਰਦੇ ਹਾਂ ਕਿ ਅਸੀਂ ਕੋਈ ਅੱਛਾ ਸਾਫ਼ ਸੁਥਰਾ ਬਦਲ ਪੰਜਾਬ ਦਾ, ਜਿਹੜਾ ਪੰਜਾਬ ਦੀ ਆਪਣੀ ਧਿਰ ਹੋਵੇ। ਅਨਮੋਲ ਗਗਨ ਮਾਨ ਦੀ ਸਟੇਟਮੈਂਟ ਆਉਂਦੀ ਹੈ ਕਿ ਜਿਹੜੇ ਖਾਸ ਤੌਰ ਤੇ ਉਹਨਾਂ ਨੇ ਤੁਹਾਨੂੰ ਟਾਰਗੇਟ ਕੀਤਾ ਹੈ ਕਿ ਜਿਹੜੇ ਦੋਗਲੇ ਬੰਦੇ ਨੇ ਮੈਂ ਉਹਨਾਂ ਨਾਲ ਸੰਪਰਕ ਨਹੀਂ ਕਰਾਂਗੇ। ਚਲੋ ਉਹਦਾ ਮੈਂ ਹੁਣ ਕੀ ਕਹਿਣਾ ਜੀ। ਇਹਦਾ ਕਿਸੇ ਨੂੰ ਨਾ ਆਪਣੀ ਤੋਂ ਵੱਡੇ ਤਜਰਬੇ ਵਾਲੇ ਨੂੰ, ਆਪਣੇ ਤੋਂ ਜ਼ਿਆਦਾ ਉਮਰ ਵਾਲੇ ਨੂੰ ਇਹ ਸ਼ਬਦ ਸ਼ੋਭਦੇ ਨਹੀਂਗੇ। ਤੇ ਫਿਰ ਮੈਂ ਜਦੋਂ ਮਾੜਾ ਜਿਹਾ ਕਿਹਾ ਸੀਗਾ DJ ਵਾਲੀ ਇਹ ਲੜਕੀ, ਤੇ ਫਿਰ ਬਹੁਤ ਕਲਪਦੀ ਆ। ਇਸ ਕਰਕੇ ਤੁਸੀਂ ਉਹੀ ਕੀ ਕਹਿੰਦੇ ਹੁਣ ਉਹੀ ਵੱਢੋਗੇ ਜੋ ਬੀਜੋਗੇ। ਅੱਛੇ ਬੋਲ ਬੋਲੋਗੇ ਤਾਂ ਅਗਲੇ ਪਾਸਿਓਂ ਅੱਛੇ ਬੋਲਾਂ 'ਚ ਜਵਾਬ ਆ ਜਾਏਗਾ। ਔਰ ਇਹ ਜਿਹੜੀ ਅਨਮੋਲ ਹੈਗੀ ਲੜਕੀ, ਇਹ ਬੇਸਿਕਲੀ ਬਹੁਤ ਇਮੈਚੁਰ ਹੈ। ਬਹੁਤ ਸਿਰਫ ਸ਼ੋਰ ਮਚਾ ਕੇ ਥੋੜ੍ਹੋ ਗੱਲਾਂ ਕਹੀ ਜਾ ਸਕਦੀਆਂ, ਜਿੱਦਾਂ ਚੁਟਕੀਆਂ ਮਾਰ ਕੇ ਜੇ 5 ਮਿੰਟ 'ਚ ਸਾਨੂੰ ਸਰਕਾਰ ਦਿਓ, ਅਸੀਂ 5 ਮਿੰਟ 'ਚ MSP ਕਰ ਦੇ। ਕੀ ਪੰਜਾਬ ਦੇ ਲੋਕ ਬੱਚੇ ਨੇ? ਪੰਜਾਬ ਦੇ ਲੋਕ ਅਨਪੜ੍ਹ ਨੇ ਕਿ 65,000 ਕਰੋੜ ਦਾ ਕਣਕ ਤੇ ਝੋਨੇ ਦੀ ਫਸਲ, ਕੀ ਪੰਜਾਬ ਸਮਰੱਥ ਹੈ? ਕੀ ਪੰਜਾਬ ਦੇ ਕੋਲ ਇੰਨੇ ਗੋਦਾਮ ਹਨ? ਪਹਿਲੀ ਗੱਲ ਤਾਂ ਸਾਡੇ ਕੋਲ ਇੰਨਾ ਪੈਸਾ ਹੀ ਹੈ ਨਹੀਂਗਾ। ਅਸੀਂ 3.25 ਲੱਖ ਕਰੋੜ ਰੁਪਏ ਦੇ ਕਰਜ਼ਈ ਹਾਂ। ਇਹ 5 ਮਿੰਟ 'ਚ ਕਿੱਥੋਂ ਕਰ ਦੇਣਗੇ? ਔਰ ਕਹਿੰਦੇ ਨੇ ਜੇ ਕਿ ਅਸੀਂ MSP ਦੇ ਦਾਂਗੇ ਹਰ ਫਸਲ ਤੇ, ਪਹਿਲਾਂ ਦਿੱਲੀ ਕਰਕੇ ਦਿਖਾ ਦੇਣ। ਅਕਸਰ ਪੰਜਾਬ ਦੀਆਂ ਸਬਜ਼ੀਆਂ, ਫਲ ਫਰੂਟ ਹਜ਼ਾਰਾਂ ਕੁਇੰਟਲਾਂ, ਹਜ਼ਾਰਾਂ ਮੈਟ੍ਰਿਕ ਟਨ ਵਿੱਚ ਜਾਂਦੇ ਨੇ। ਇਹਨਾਂ ਨੂੰ ਕੋਈ ਐਲਾਨ ਕਰਨ, ਸਾਰੀਆਂ ਸਬਜ਼ੀਆਂ ਤੇ ਫਲ ਫਰੂਟਾਂ ਦੇ MSP ਐਲਾਨ ਕਰਨ, ਔਰ ਕਹਿਣ ਕਿ ਅਸੀਂ ਦਿੱਲੀ ਦੀ ਸਰਕਾਰ ਮਿਨੀਮਮ ਸਪੋਰਟ ਪ੍ਰਾਈਸ 25 ਚੀਜ਼ਾਂ ਤੇ ਦਿੰਦੀ, ਅਸੀਂ ਸਾਰਾ ਕੁਝ ਬੀਜ ਹੀ ਉਹ ਦੇਵਾਂਗੇ। ਸਿਰਫ ਦਿੱਲੀ ਦੀ ਜਾਣ ਦੀ ਕੋਸਟ ਹੈ ਨਾ, ਫਰੇਟ ਚਾਰजेस ਹੈ ਨਾ, ਉਹ ਅਸੀਂ ਟ੍ਰੇਨਾਂ ਦੇ ਆਪ ਭਰ ਦੇਵਾਂਗੇ। ਇਹ ਸਾਨੂੰ ਦੇਣ ਤਾਂ ਅਸੀਂ ਤਕੜੇ ਹੋ ਕੇ। ਇਹ ਬਜਾਏ ਕਿ ਪਹਿਲਾਂ ਕਾਂਗਰਸ ਰਾਜ ਛੱਡੇ, ਫਿਰ ਇਲੈਕਸ਼ਨਾਂ ਹੋਣ, ਫਿਰ ਅਸੀਂ ਰਾਜ ਬਣਾਈਏ, ਫਿਰ ਅਸੀਂ 5 ਮਿੰਟ 'ਚ ਹੱਲ ਕਰੀਏ,
ਤੁਸੀਂ ਦਿੱਲੀ ਕਰਕੇ ਦਿਖਾ ਦਿਓ, ਗੱਲ ਮੁੱਕ ਜਾਂਦੀ ਹੈ। ਖਹਿਰਾ ਸਾਹਿਬ ਚੋਣਾਂ ਨੇੜੇ ਹੈਗੇ ਨੇ, ਪਰ ਪੰਜਾਬੀ ਇਹ ਜਾਣਨਾ ਚਾਹੁੰਦੇ ਨੇ ਕਿ ਇਹ ਸਵਾਲ ਸੋਸ਼ਲ ਮੀਡੀਆ ਉੱਤੇ ਵੀ ਕਾਫੀ ਚਰਚਾ ਦੇ ਵਿੱਚ ਰਿਹਾ ਕਿ ਜਿੰਨੀ ਦੇਰ ਤੱਕ ਭਗਵੰਤ ਮਾਨ ਆਮ ਆਦਮੀ ਪਾਰਟੀ ਦੇ ਵਿੱਚ ਹੈਗੇ ਨੇ, ਕਿਸੇ ਵੀ ਚੰਗੇ ਨੇਤਾ ਨੂੰ ਅੱਗੇ ਨਹੀਂ ਆਉਣ ਦੇਣਗੇ। ਤੁਸੀਂ ਆਮ ਆਦਮੀ ਪਾਰਟੀ ਦਾ ਹਿੱਸਾ ਰਹੇ ਹੋ, ਸੱਚਾਈ ਹੈ ਇਸ ਵਿੱਚ? ਦੇਖੋ, ਉਹਦਾ ਇੱਕ ਗੱਲ ਤਾਂ ਕੋਈ ਸ਼ੱਕ ਨਹੀਂਗਾ ਕਿ ਹੀ ਲੈਕਸ ਕੌਨਫੀਡੈਂਸ ਇਨ ਹਿਮਸੈਲਫ। ਉਹਨਾਂ ਨੂੰ ਮੈਂ ਜਦੋਂ ਆਪਣੀ ਪਾਰਟੀ 'ਚ ਕੰਮ ਕਰਦਾ ਸੀ, ਮੈਂ ਬਹੁਤ ਯਕੀਨ ਦਿਵਾਉਣ ਦੀ ਕੋਸ਼ਿਸ਼ ਕੀਤੀ ਕਿ ਆਪਾਂ ਸਾਰੇ ਇਕੱਠੇ ਹਾਂ, ਤਗੜੇ ਹੋ ਕੇ ਯੂਨਾਈਟਿਡਲੀ ਕੰਮ ਕਰੀਏ। ਪਰ ਉਹਨੇ ਮੇਰੇ ਨਾਲ ਕਦੀ ਵੀ ਅੱਖ ਚੱਕ ਪਾ ਕੇ ਕਦੀ ਗੱਲ ਨਹੀਂ ਕੀਤੀ ਸੀ ਅੱਜ ਤੱਕ। ਇਹਦਾ ਮਤਲਬ ਮੈਨੂੰ ਸੀਗਾ ਕਿ ਉਹ ਇੱਕ ਕਿਸਮ ਦਾ ਨਾ ਕੌਨਫੀਡੈਂਸ ਲੈਕ ਕਰਦਾ ਸੀਗਾ ਉਹ, ਔਰ ਉਹਦੀ ਜਿਹੜੀ ਸੈਲਫ ਜਿਹੜੀ ਉਹਦੀ ਸਵੈ ਇੱਛਾ ਵਾ, ਉਹ ਹੁਣ ਤਕਰੀਬਨ ਸਾਰੇ ਜਗ ਜ਼ਾਹਰ ਹੋ ਚੁੱਕੀ ਕਿ ਉਹ ਆਪਣੇ ਆਪ ਨੂੰ ਹੀ ਲੀਡਰ ਸਮਝਦਾ ਵਾ ਤੇ ਉਹ ਨਹੀਂ ਚਾਹੁੰਦਾ ਕਿ ਇਸ ਪਾਰਟੀ ਦੇ ਵਿੱਚ ਕੋਈ ਵੀ ਹੋਰ, ਚਲੋ ਸਾਨੂੰ ਤਾਂ ਕੱਢ ਦਿੱਤਾ, ਛੋਟੇਪੁਰ ਨੂੰ ਵੀ ਕੱਢਤਾ, ਗਾਂਧੀ ਨੂੰ ਵੀ ਕੱਢ ਦਿੱਤਾ, ਪਰ ਜਦੋਂ ਨਵਜੋਤ ਸਿੰਘ ਸਿੱਧੂ ਜਾਣਾ ਚਾਹੁੰਦਾ ਸੀਗਾ ਉਹਦੇ ਲਈ ਵੀ ਦਰਵਾਜ਼ੇ ਬੰਦ ਕਰਵਾ ਦਿੱਤੇ ਗਏ। ਔਰ ਇਸ ਤੋਂ ਇਲਾਵਾ ਮਨਪ੍ਰੀਤ ਸਿੰਘ ਬਾਦਲ 2017 ਦੀ ਇਲੈਕਸ਼ਨ ਤੋਂ ਪਹਿਲਾਂ ਉਹਨਾਂ ਨੂੰ ਜੁਆਇਨ ਕਰਨੇ, ਉਹਦੇ ਵੀ ਦਰਵਾਜ਼ੇ ਬੰਦ ਕਰਾਤੇ। ਇਸ ਲਈ ਬਿਹਤਰ ਤਾਂ ਉਹ ਜਵਾਬ ਦੇ ਸਕਦਾ, ਪਰ ਆਈ ਥਿੰਕ ਕਿ ਪੰਜਾਬ ਦੇ ਲੋਕਾਂ ਨੂੰ ਇਹ ਜੋ ਕੁਝ ਕਰ ਰਹੇ ਨੇ ਨਾ, ਇਹਨਾਂ ਦਾ ਆਲਮੋਸਟ ਐਕਸਪੋਜ਼ਰ ਜਿਹੜਾ ਪੰਜਾਬ ਦੇ ਲੋਕਾਂ ਦੇ ਸਾਹਮਣੇ ਆ ਚੁੱਕਾ। ਲੋਕ ਇਨਸਾਫ ਪਾਰਟੀ ਦੇ ਪ੍ਰਧਾਨ ਸਿਮਰਜੀਤ ਸਿੰਘ ਬੈਂਸ ਦੇ ਉੱਤੇ ਗੰਭੀਰ ਇਲਜ਼ਾਮ ਲੱਗੇ, ਔਰਤ ਦੇ ਨਾਲ ਬਲਾਤਕਾਰ ਦੇ ਇਲਜ਼ਾਮਾਂ ਦਾ ਸਾਹਮਣਾ ਕਰ ਰਹੇ ਨੇ। ਤੁਸੀਂ ਇਹਨਾਂ ਇਲਜ਼ਾਮਾਂ ਨੂੰ ਕਿਵੇਂ ਦੇਖਦੇ ਹੋ? ਕਿ ਸਾਜ਼ਿਸ਼ ਹੈ? ਸਿਰਫ ਇਹਦੇ ਬਾਰੇ ਇਹ ਕਹਿਣਾ, ਦੇਖੋ, ਆਈ ਡੂ ਨਾਟ ਹੈਵ ਦੀ ਡਿਟੇਲਸ ਐਂਡ ਫੈਕਟਸ ਅਬਾਊਟ ਦ ਕੇਸ। ਮੇਰਾ ਤਾਂ ਸਿਰਫ ਇਹ ਕਹਿਣਾ ਕਿ ਮੈਰਿਟ ਦੇ ਆਧਾਰ ਤੇ ਉਹ ਫੈਸਲਾ ਹੋਣਾ ਚਾਹੀਦਾ, ਐਕਸ਼ਨ। ਇਹ ਨਹੀਂਗਾ ਕਿ ਸਿਰਫ ਸਿਮਰਜੀਤ ਸਿੰਘ ਬੈਂਸ ਕਿਉਂਕਿ ਪੰਜਾਬ ਸਰਕਾਰ ਦੇ ਖਿਲਾਫ ਬੋਲਦਾ ਤੇ ਉਹਦੇ ਖਿਲਾਫ ਆਪਾਂ ਪਰਚਾ ਦਰਜ ਕਰ ਦਈਏ। ਤੁਸੀਂ ਵਿੰਡਿਕਟਿਵਲੀ ਕੋਈ ਐਕਸ਼ਨ ਨਹੀਂ ਹੋਣਾ ਚਾਹੀਦਾ। ਅਗਰ ਪੁਲਿਸ ਦੇ ਕੋਲ ਤੱਥ ਨੇ ਮੌਜੂਦ, ਉਹਨਾਂ ਤੱਥਾਂ ਦੇ ਆਧਾਰ ਦੇ ਉੱਤੇ ਕਰਨਗੇ ਤਾਂ ਕੋਈ ਸ਼ੋਰ ਨਹੀਂ ਮੱਚਦਾ। ਜਦੋਂ ਆਪਾਂ ਸਿਰਫ ਬਦਲਾਖੋਰੀ ਨਾਲ ਕਾਰਵਾਈ ਕਰਦੇ ਹਾਂ ਉਦੋਂ ਕੰਮ ਗਲਤ ਹੁੰਦਾ। ਤੁਹਾਨੂੰ ਪਹਿਲੀ ਨਜ਼ਰੀਏ ਨਾਲ ਕੀ ਲੱਗ ਰਹੀ ਹੈ? ਆਈ ਥਿੰਕ ਔਨ ਦ ਫੇਸ ਆਫ ਇਟ ਉਹਦਾ ਜਿਹੜਾ ਹੈਗਾ ਇਹ ਕਹਿਣਾ ਕਿ ਮੈਨੂੰ 10-12 ਵਾਰੀ ਮੇਰੇ ਨਾਲ ਰਿਲੇਸ਼ਨਸ਼ਿਪ ਬਣਾਉਣ ਦੀ ਕੋਸ਼ਿਸ਼ ਕੀਤੀ। ਜਿਹੜਾ ਬਲਾਤਕਾਰ ਹੁੰਦਾ ਨਾ, ਉਹ ਜਬਰਨ ਹੁੰਦਾ। ਸੋ ਇਸ ਕਰਕੇ ਅਗਰ ਉਹ ਪੀੜਤ ਔਰਤ ਨਾਲ ਪਹਿਲੀ ਵਾਰੀ ਇਹਨਾਂ ਨੇ ਕੋਈ ਧੱਕੇਸ਼ਾਹੀ ਕੀਤੀ ਸੀ, ਉਹਨੂੰ ਉਸ ਦਿਨ ਪਹਿਲੇ ਦਿਨ ਹੀ ਆਣ ਕੇ ਪੁਲਿਸ ਤੇ ਮੀਡੀਆ ਨੂੰ ਕਹਿਣਾ ਚਾਹੀਦਾ ਸੀ ਕਿ ਮੇਰੇ ਨਾਲ ਇਹਨਾਂ ਨੇ ਜ਼ੋਰ ਜ਼ਬਰ ਕੀਤਾ ਵਾ ਜਾਂ ਮੇਰੇ ਨਾਲ ਬਲਾਤਕਾਰ ਕੀਤਾ ਵਾ, ਆਪਣਾ ਮੈਡੀਕਲ ਕਰਾਉਣਾ ਚਾਹੀਦਾ ਸੀਗਾ। ਸੋ ਕੁਝ ਗੱਲਾਂ ਤੋਂ ਐਂ ਲੱਗਦਾ ਕਿ ਜਿੱਦਾਂ ਮੈਨੂਪੂਲੇਟਡ ਕੰਪਲੇਂਟ ਆ। ਸੋ ਮੇਰਾ ਆਖਰੀ ਸਵਾਲ, ਜਥੇਦਾਰ ਸਾਹਿਬ ਦਾ ਬਿਆਨ ਆਇਆ ਕਿ ਇਹ ਈਵੀਐਮ ਵਾਲੀ ਸਰਕਾਰ ਹੈਗੀ ਹੈ ਔਰ ਪਤਾ ਨਹੀਂ ਕਿੰਨੇ ਹੀ ਸਾਲਾਂ ਤੱਕ ਦੇਸ਼ ਦੀ ਸੱਤਾ ਉੱਤੇ ਰਾਜ ਕਰੂਗੀ। ਗਿਆਨੀ ਹਰਪ੍ਰੀਤ ਸਿੰਘ ਦੇ ਬਿਆਨ ਨੂੰ ਤੁਸੀਂ ਕਿਵੇਂ ਦੇਖਦੇ ਹੋ? ਦੇਖੋ, ਇਹਦੇ ਵਿੱਚ ਈਵੀਐਮ ਦੇ ਉੱਤੇ ਤਾਂ ਸ਼ੱਕ ਉੱਠ ਰਿਹਾ ਨਾ ਜੀ ਦੁਬਾਰਾ। ਕਦੀ ਕੈਪਟਨ ਅਮਰਿੰਦਰ ਸਿੰਘ ਉਠਾਉਂਦੇ ਨੇ, ਕਦੀ ਦੂਸਰੀਆਂ ਪੋਲੀਟੀਕਲ ਪਾਰਟੀਆਂ ਦੇ ਲੋਕ ਉਠਾਉਂਦੇ ਨੇ, ਪਰ ਅਫਸੋਸ ਇਸ ਗੱਲ ਦਾ ਕਿ ਕਦੀ ਵੀ ਨੈਸ਼ਨਲ ਲੈਵਲ ਦੀਆਂ ਪਾਰਟੀਆਂ ਨੇ ਇਕੱਠੇ ਹੋ ਕੇ ਕਦੀ ਠੋਸ ਗੱਲ ਨਹੀਂ ਕੀਤੀ। ਜਿਹੜਾ ਈਵੀਐਮ ਆ, ਇਹ ਤੁਸੀਂ ਸਮਝਦੇ ਹੋ ਕਿ ਜਿਹੜੇ ਵਿਕਸਿਤ ਮੁਲਕ ਨੇ ਇਹਨੂੰ ਵਰਤ ਕੇ ਛੱਡ ਚੁੱਕੇ ਨੇ। USA ਵਰਗੀਆਂ ਕੰਟਰੀਜ਼ ਦੇਖੋ ਬੈਲਟ ਨਾਲ ਚੱਲ ਰਹੀਆਂ ਨੇ। ਗਿਣਤੀ ਆ ਨਾ, ਹਫਤਾ ਲੱਗ ਗਿਆ, ਐਡਾ ਤਾਂ ਨਹੀਂ ਕਿ ਨੱਠ ਚੱਲਿਆ ਉੱਥੇ ਕੁਛ। ਜਾਪਾਨ ਵਰਗੇ ਦੇਸ਼ ਜਿਹੜੇ ਈਵੀਐਮਸ ਨੂੰ ਛੱਡ ਚੁੱਕੇ ਨੇ। ਦੇਅਰਫੋਰ ਆਈ ਐਮ ਆਫ ਦਾ ਫਰਮ ਓਪੀਨੀਅਨ ਕਿ ਅਗਰ ਡਾਊਟ ਪੈ ਚੁੱਕਾ, ਔਰ ਕਈ ਵਾਰੀ ਤੁਸੀਂ ਦੇਖਿਆ ਕਿ ਬਹੁਤ ਸਾਰੇ ਮਾਹਰਾਂ ਨੇ ਈਵੀਐਮ ਨੂੰ ਸਾਹਮਣੇ ਮੀਡੀਆ ਦੇ ਬੁਲਾ ਕੇ ਟੈਂਪਰ ਕਰਕੇ ਦਿਖਾਤਾ, ਬਟਨ ਦੱਬਦੇ ਤੋਂ ਕੋਈ ਆ ਵੋਟ ਕਿਤੇ ਜਾਂਦੀ ਹੈ। ਅਗਰ ਬੈਲਟ ਲੱਗ ਵੀ ਜਾਊਗਾ ਤੇ ਕੋਈ ਗੁਨਾਹ ਨਹੀਂ ਹੋਣ ਲੱਗਿਆ। ਸੋ ਇਸ ਮਾਮਲੇ ਬਿਹਾਰ ਦੇ ਜਿਹੜੇ ਚੋਣਾਂ ਦੇ ਨਤੀਜੇ ਆਏ ਨੇ, ਉਹਨਾਂ ਨਤੀਜਿਆਂ ਨੂੰ ਤੁਸੀਂ ਕਿਵੇਂ ਦੇਖਦੇ ਹੋ? ਦੇਖੋ, ਉਹ ਨਤੀਜੇ ਵੀ ਜਿਹੜੇ ਹੈਗੇ ਨੇ ਉਹ ਕੀ ਕਹਿੰਦੇ ਕਿ ਮਿਸਯੂਜ਼ ਆਫ ਇਲੈਕਸ਼ਨ ਕਮਿਸ਼ਨ। ਤੇਜਸਵੀ ਬਹੁਤ ਮਾਰਜਨਲ ਸੀਟਾਂ ਤੇ ਹਾਰਿਆ। ਬਹੁਤ ਸਾਰੀਆਂ ਸੀਟਾਂ ਦੇ ਉੱਤੇ ਰੀਕਾਊਂਟ ਕਰਾਇਆ ਜਾਂਦਾ ਜਿਹੜੀਆਂ 12, 15, 18 ਵੋਟਾਂ ਵਾਲੀਆਂ। ਹੋ ਸਕਦਾ ਤੇਜਸਵੀ ਅੱਜ ਹੁੰਦਾ। ਤਾਂ ਹੀ ਮੈਂ ਤੁਹਾਨੂੰ ਕਹਿੰਦਾ ਨਾ ਕਿ ਪਹਿਲਾਂ ਈਵੀਐਮਸ ਐਂਡ ਸੈਕੰਡਲੀ ਮਿਸਯੂਜ਼ ਆਫ ਗਵਰਨਮੈਂਟ ਮਸ਼ੀਨਰੀ, ਆਫੀਸ਼ੀਅਲ ਮਸ਼ੀਨਰੀ, ਇਹ ਅਕਸਰ ਪੰਜਾਬ ਦੇਸ਼ ਦੀ ਰਾਜਨੀਤੀ ਵਿੱਚ ਦੇਖਿਆ ਜਾ ਰਿਹਾ। ਖਹਿਰਾ ਸਾਹਿਬ, ਸ਼ੁਕਰੀਆ ਗੱਲ ਕਰਨੀ ਤੁਹਾਡਾ ਜੀ। ਸੋ ਇਸ ਤਰ੍ਹਾਂ ਸੁਖਪਾਲ ਸਿੰਘ ਖਹਿਰਾ ਜਿਨ੍ਹਾਂ ਦਾ ਕਹਿਣਾ ਕਿ ਪੰਜਾਬੀ ਜਿਹੜੇ ਹੈਗੇ ਨੇ ਉਹ ਜੋ ਇੱਕ ਵਾਰੀ ਫੈਸਲਾ ਕਰ ਲੈਂਦੇ ਨੇ ਉਸ ਉੱਤੇ ਕਾਇਮ ਰਹਿੰਦੇ ਨੇ, ਤੇ ਜਿਹੜੇ ਪੰਜਾਬ ਦੇ ਕਿਸਾਨ ਨੇ ਉਹ ਦਿੱਲੀ ਤੱਕ ਜ਼ਰੂਰ ਜਾਣਗੇ। ਸੁਖਪਾਲ ਸਿੰਘ ਖਹਿਰਾ ਉਹਨਾਂ ਨੇ ਐਲਾਨ ਕੀਤਾ ਹੈ ਕਿ ਉਹ ਕਿਸਾਨਾਂ ਦਾ ਸਮਰਥਨ ਕਰਨਗੇ, ਕਿਸਾਨਾਂ ਦੇ ਨਾਲ ਹਰ ਮੋਰਚੇ ਉੱਤੇ ਖੜਨਗੇ, ਤੇ ਨਾਲ ਹੀ ਈਵੀਐਮ ਮਸ਼ੀਨਾਂ ਦੇ ਉੱਤੇ ਵੀ ਉਹਨਾਂ ਨੇ ਸ਼ੱਕ ਜ਼ਾਹਰ ਕੀਤਾ ਹੈ। ਚੰਡੀਗੜ੍ਹ ਤੋਂ ਕੈਮਰਾਮੈਨ ਸੰਦੀਪ ਸਿੰਘ ਦੇ ਨਾਲ ਅਮਨ ਮੋਹਨ ਮੋਹਜਾਲ ਦੀ ਰਿਪੋਰਟ, ਹਮਦਰ ਟੀਵੀ।